हेलो एवरीवन, वेलकम टू श्रेय शॉकर्स। हियर स्टडी बिकम्स ईजियर। ਤਾਂ ਆਪਾਂ ਤੁਹਾਨੂੰ ਪਤਾ ਹੈ ਜੀ, ਆਂਗਨਵਾੜੀ ਵਰਕਰ, ਮਿਨੀ ਆਂਗਨਵਾੜੀ ਵਰਕਰ ਤੇ ਆਂਗਨਵਾੜੀ ਹੈਲਪਰ ਦੀ ਪੋਸਟਾਂ ਜਿਹੜੀਆਂ ਆਊਟ ਹੋ ਚੁੱਕੀਆਂ ਨੇ। ਉਸ ਦੇ ਰਿਗਾਰਡਿੰਗ ਬਹੁਤ ਸਾਰੇ ਕਮੈਂਟਸ ਆ ਰਹੇ ਸੀ ਜੀ, ਬਹੁਤ ਸਾਰੀ ਕੁਐਰੀਜ਼ ਜਿਹੜੀਆਂ ਕੈਂਡੀਡੇਟਸ ਦੇ ਮਨ ਦੇ ਵਿੱਚ ਬਣੀਆਂ ਹੋਈਆਂ। ਉਹਨਾਂ ਸਾਰੇ ਜਿਹੜੀ ਤੁਹਾਡੀ ਕੁਐਰੀਜ਼ ਆ ਉਹਨਾਂ ਦਾ ਆਪਾਂ ਜਿਹੜਾ ਸੋਲੂਸ਼ਨ ਇਸ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ। ਪਹਿਲਾਂ ਦੋ ਆਪਾਂ ਵੀਡੀਓਜ਼ ਦੇ ਕੁਐਰੀਜ਼ ਦੇ ਰਿਗਾਰਡਿੰਗ ਆਪਾਂ ਬਣਾ ਚੁੱਕੇ ਹਾਂ, ਜਿਹਦੇ ਵਿੱਚ ਆਪਾਂ ਤੁਹਾਨੂੰ ਡਿਟੇਲਡ ਇਨਫੋਰਮੇਸ਼ਨ ਦਿੱਤੀ ਹੈ, ਜਿਸ ਦੇ ਵਿੱਚ ਪੇ ਬਾਰੇ, ਪਰਫਾਰਮਾ ਕਿਸ ਤਰ੍ਹਾਂ ਫਿਲ ਕਰਨਾ ਹੈ, ਕਿੱਥੇ ਅਪਲਾਈ ਕਰਨਾ ਹੈ, ਕਿਹੜੇ ਕਿਹੜੇ ਡਾਕੂਮੈਂਟਸ ਅਟੈਚ ਕਰਨੇ ਹੈ, ਕਿਸ ਤਰ੍ਹਾਂ ਤੁਸੀਂ ਆਪਣਾ ਐਡਰੈਸ ਫਾਈਂਡ ਕਰ ਸਕਦੇ ਹੋ, ਤੇ ਤੁਹਾਡੇ ਡਿਸਟ੍ਰਿਕਟ ਦੇ ਵਿੱਚ ਕਿਹੜੇ ਪਿੰਡ ਦੇ ਵਿੱਚ, ਕਿਹੜੇ ਵਾਰਡ ਦੇ ਵਿੱਚ, ਕਿਹੜੇ ਸ਼ਹਿਰ ਦੇ ਵਿੱਚ ਕਿੰਨੀਆਂ ਪੋਸਟਾਂ ਖਾਲੀਆਂ, ਉਸ ਦੇ ਬਾਰੇ ਵੀ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। ਉਸਦੀ ਡਿਟੇਲ ਵੀਡੀਓ ਆਪਾਂ ਆਪਣੇ ਚੈਨਲ ਤੇ ਬਣਾ ਚੁੱਕੇ ਹਾਂ ਜੀ। ਉਸਦਾ ਲਿੰਕ ਤੁਹਾਨੂੰ ਆਈ ਬਟਨ ਤੇ ਕਲਿੱਕ ਕਰਕੇ ਮਿਲ ਜਾਏਗਾ। ਵੀਡੀਓਜ਼ ਨੂੰ ਦੇਖੋ ਤੇ ਆਪਣੇ ਸਾਰੀ ਡਾਊਟਸ ਨੂੰ ਕਲੀਅਰ ਕਰੋ। ਹੁਣ ਸਭ ਤੋਂ ਬਾਅਦ ਜਿਹੜਾ ਮੈਨੂੰ ਡਾਊਟ ਆ ਰਿਹਾ ਸੀਗਾ ਜੀ ਕਮੈਂਟਸ ਦੇ ਵਿੱਚ, ਉਹ ਇਹ ਸੀਗਾ ਜੀ ਪ੍ਰੈਫਰੈਂਸਿਸ ਨੂੰ ਲੈ ਕੇ, ਜਿਹੜੇ ਪ੍ਰੈਫਰੈਂਸ ਮਿਲਣੀ ਹੈ, ਪ੍ਰਾਥਮਿਕਤਾ ਮਿਲਣੀ ਹੈ ਕੈਂਡੀਡੇਟਸ ਨੂੰ, ਉਹਦੇ ਰਿਗਾਰਡਿੰਗ ਕੈਂਡੀਡੇਟਸ ਦੇ ਮਨ ਦੇ ਵਿੱਚ ਡਾਊਟ ਬਣਿਆ ਹੋਇਆ ਕਿ ਕਿਸ ਤਰ੍ਹਾਂ ਮਿਲਣੀ ਹੈ, ਕਿਹਨੂੰ ਮਿਲਣੀ ਹੈ, ਤੇ ਉਹਦੇ ਰਿਗਾਰਡਿੰਗ ਫਿਰ ਐਜੂਕੇਸ਼ਨ ਕੁਆਲੀਫਿਕੇਸ਼ਨ ਨੂੰ ਲੈ ਕੇ ਜਿਹੜਾ ਡਾਊਟ ਹੈ ਉਹ ਕ੍ਰੀਏਟ ਹੋ ਰਿਹਾ ਕਿ ਕਿਹੜੀ ਐਜੂਕੇਸ਼ਨ ਕੁਆਲੀਫਿਕੇਸ਼ਨ ਚਾਹੀਦੀ ਹੈ। ਤੇ ਉਸ ਤੋਂ ਇਲਾਵਾ ਇੱਕ ਮਿਨੀ ਵਰਕਰ ਜਿਹੜੀ ਆਂਗਨਵਾੜੀ ਦੇ ਵਿੱਚ ਮਿਨੀ ਆਂਗਨਵਾੜੀ ਵਰਕਰਾਂ ਦੀ ਜਿਹੜੀ ਪੋਸਟ ਆਊਟ ਹੋਈਆਂ ਨੇ, ਉਸ ਨੂੰ ਲੈ ਕੇ ਵੀ ਜਿਹੜਾ ਡਾਊਟ ਬਣਿਆ ਹੋਇਆ ਕਿ ਉਹ ਕਿਹੜੀ ਕੈਟੇਗਰੀ ਦੇ ਵਿੱਚ ਆਉਣਗੀਆਂ, ਵਰਕਰ ਜਾਂ ਹੈਲਪਰ, ਉਹਨਾਂ ਲਈ ਕਿਵੇਂ ਅਪਲਾਈ ਕਰਨਾ। ਤਾਂ ਸਾਰੀ ਹੀ ਜਿਹੜੇ ਤੁਹਾਡੇ ਡਾਊਟਸ ਹੈ ਸਾਰੇ ਆਪਾਂ ਇਸ ਵੀਡੀਓ ਦੇ ਵਿੱਚ ਕਲੀਅਰ ਕਰਾਂਗੇ। ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਨੂੰ ਬਿਨਾਂ ਸਕਿਪ ਕੀਤੇ। ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ। ਹਰ ਇੱਕ ਵੀਡੀਓ ਹਰ ਇੱਕ ਇਨਫੋਰਮੇਸ਼ਨ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਲੈਣ ਲਈ ਤੁਸੀਂ ਸਾਡਾ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ। ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਹਾਂਜੀ, ਸ਼ੁਰੂ ਕਰਦੇ ਵੀਡੀਓ ਨੂੰ। ਦੇਖੋ, ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਜੀ ਪ੍ਰਾਥਮਿਕਤਾ ਬਾਰੇ, ਜਿਸ ਨੂੰ ਲੈ ਕੇ ਬਹੁਤ ਸਾਰੇ ਡਾਊਟਸ ਕੈਂਡੀਡੇਟਸ ਦੇ ਮਨ ਦੇ ਵਿੱਚ ਬਣੇ ਹੋਏ ਆ ਜੀ। ਇੱਥੇ ਤੁਸੀਂ ਦੇਖ ਸਕਦੇ ਹੋ ਫਸਟ ਨੰਬਰ 'ਤੇ ਇੱਥੇ ਪਹਿਲਾਂ ਬਣਿਆ ਹੋਇਆ ਹੈਗਾ 4th ਪੁਆਇੰਟ ਨੰਬਰ 1, ਪਹਿਲੀ ਪ੍ਰਾਥਮਿਕਤਾ। ਪਹਿਲੀ ਪ੍ਰਾਥਮਿਕਤਾ ਮਤਲਬ ਫਸਟ ਪ੍ਰੈਫਰੈਂਸ ਕਿਹਨਾਂ ਨੂੰ ਦਿੱਤੀ ਜਾਏਗੀ। ਦੇਖੋ, ਆਂਗਨਵਾੜੀ ਵਰਕਰ ਤੇ ਹੈਲਪਰ ਜਿਹੜੇ ਆਲਰੇਡੀ ਕੰਮ ਕਰ ਰਹੇ ਆ, ਲੇਕਿਨ ਉਹ ਵਿਆਹ ਤੋਂ ਉਪਰੰਤ ਕਿਤੇ ਹੋਰ ਏਰੀਆ ਦੇ ਵਿੱਚ ਸ਼ਿਫਟ ਹੋ ਜਾਂਦੇ ਆ, ਜਿਹੜੀ ਲੇਡੀਜ਼ ਹੋਰ ਏਰੀਆ ਦੇ ਵਿੱਚ ਕਿਸੇ ਹੋਰ ਪਿੰਡ ਜਾਂ ਸ਼ਹਿਰ ਦੇ ਵਿੱਚ ਜਾਂ ਕਿਸੇ ਹੋਰ ਡਿਸਟ੍ਰਿਕਟ ਦੇ ਵਿੱਚ ਸ਼ਿਫਟ ਹੋ ਜਾਂਦੀਆਂ, ਤਾਂ ਉਹਨਾਂ ਨੂੰ ਇੱਥੇ ਕਿਹਾ ਗਿਆ ਕਿ ਉਹਨਾਂ ਨੂੰ ਐਡਜਸਟਮੈਂਟ ਜਿਹੜੀ ਹੈ ਜ਼ਰੂਰ ਮਿਲੇਗੀ, ਐਡਜਸਟਮੈਂਟ ਦੀ ਹੱਕਦਾਰ ਹੋਵੇਗੀ। ਆਂਗਨਵਾੜੀ ਵਰਕਰ ਜਾਂ ਹੈਲਪਰ ਦੀ ਭਰਤੀ ਲਈ ਅਰਜ਼ੀਆਂ ਮੰਗੇ ਜਾਣ ਸਮੇਂ ਪੰਜਾਬ ਦੇ ਕਿਸੇ ਵੀ ਬਲਾਕ ਵਿੱਚ ਆਂਗਨਵਾੜੀ ਵਰਕਰ ਜਾਂ ਹੈਲਪਰ ਵਜੋਂ ਕੰਮ ਕਰ ਰਹੀ ਉਮੀਦਵਾਰ ਜੋ ਕਿ ਘੱਟੋ ਘੱਟ 1 ਸਾਲ ਦਾ ਤਜਰਬਾ ਰੱਖਦੀ ਹੈ ਅਤੇ ਆਪਣੇ ਵਿਆਹ ਕਰਨ ਐਡਜਸਟਮੈਂਟ ਦੀ ਹੱਕਦਾਰ ਹੈ ਨੂੰ ਪਹਿਲੀ ਪ੍ਰਾਥਮਿਕਤਾ ਦਿੱਤੀ ਜਾਵੇਗੀ। ਅਜਿਹੇ ਕੇਸਾਂ ਵਿੱਚ ਰਿਹਾਇਸ਼ਾਂ ਦੀ ਸ਼ਰਤ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਤਾਂ ਮੰਨ ਲਓ ਕਿ ਆਂਗਨਵਾੜੀ ਵਰਕਰ ਜਾਂ ਹੈਲਪਰ ਕਿਸੇ ਏਰੀਆ ਦੇ ਵਿੱਚ, ਕਿਸੇ ਇੱਕ ਪਿੰਡ ਦੇ ਵਿੱਚ ਕੰਮ ਕਰ ਰਹੀ ਸੀ, ਲੇਕਿਨ ਹੁਣ ਉਹ ਵਿਆਹ ਹੋਣ ਤੋਂ ਉਪਰੰਤ ਉਹਦਾ ਏਰੀਆ, ਉਹਦਾ ਡਿਸਟ੍ਰਿਕਟ, ਉਹਦਾ ਵਿਲੇਜ ਜਿਹੜਾ ਉਹ ਸ਼ਿਫਟ ਹੋ ਗਿਆ, ਕਿਸੇ ਹੋਰ ਪਿੰਡ ਦੇ ਵਿੱਚ ਉਹ ਚਲੀ ਗਈ, ਤਾਂ ਉੱਥੇ ਉਹਨੂੰ ਜਿਹੜਾ ਉੱਥੋਂ ਦੀ ਜਿਹੜੀ ਆਂਗਨਵਾੜੀ ਹੋਏਗੀ, ਉੱਥੇ ਅਗਰ ਪੋਸਟ ਆਊਟ ਹੋਈ ਹੈ, ਆਂਗਨਵਾੜੀ ਦੀ ਜਿਹੜੀ ਖਾਲੀ ਅਸਾਮੀ ਹੋਏਗੀ, ਉੱਥੇ ਉਹਨੂੰ ਸਭ ਤੋਂ ਪਹਿਲਾਂ ਪ੍ਰੈਫਰੈਂਸ ਮਿਲੇਗੀ। ਤੇ ਨਾਲ ਕੰਡੀਸ਼ਨ ਇਹ ਹੈ ਕਿ ਉਹਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਕੀ ਹੋਣੀ ਚਾਹੀਦੀ ਹੈ ਕਿ ਉਸ ਆਂਗਨਵਾੜੀ ਦੇ ਵਿੱਚ ਅਗਰ ਉਹ ਵਰਕਰ ਲਈ ਅਪਲਾਈ ਕਰਦੀ ਹੈ ਤਾਂ ਗ੍ਰੈਜੂਏਸ਼ਨ ਪਲੱਸ 1 ਸਾਲ ਦਾ ਐਕਸਪੀਰੀਅੰਸ, ਅਗਰ ਉੱਥੇ ਜਾ ਕੇ ਉਹ ਹੈਲਪਰ ਲਈ ਅਪਲਾਈ ਕਰਦੀ ਹੈ ਤਾਂ 10th ਪਲੱਸ 1 ਸਾਲ ਦਾ ਐਕਸਪੀਰੀਅੰਸ ਜਿਹੜਾ ਉਹਨਾਂ ਕੋਲ ਹੋਣਾ ਚਾਹੀਦਾ। ਇਹ ਇੱਥੇ ਹੈਗੀ ਜੀ ਪਹਿਲੀ ਪ੍ਰਾਥਮਿਕਤਾ ਉਹਨਾਂ ਨੂੰ ਮਿਲੇਗੀ ਜਿਨ੍ਹਾਂ ਦਾ ਵਿਆਹ ਹੋਣ ਉਪਰੰਤ ਉਹਨਾਂ ਦੀ ਐਡਜਸਟਮੈਂਟ ਕਰਨ ਦੇ ਉਹ ਹੱਕਦਾਰ ਹੈ। ਤੇ ਮੀਨਸ ਅਗਰ ਉਹਨਾਂ ਦਾ ਏਰੀਆ ਅਗਰ ਚੇਂਜ ਹੋ ਜਾਂਦਾ, ਕੋਈ ਡਿਸਟ੍ਰਿਕਟ ਪਿੰਡ ਚੇਂਜ ਹੋ ਜਾਂਦਾ, ਪੋਸਟਾਂ ਹੁਣ ਆਊਟ ਹੋਈਆਂ ਨੇ, ਤਾਂ ਹੁਣ ਉਹ ਆਪਣਾ ਐਡਜਸਟਮੈਂਟ ਕਰਵਾ ਸਕਦੀ ਹੈ, ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾ ਸਕਦੀ ਹੈ। ਜਿਸ ਏਰੀਆ ਦੇ ਵਿੱਚ ਉਹ ਵਿਆਹ ਹੋਣ ਤੋਂ ਬਾਅਦ ਚਲੇ ਗਈਆਂ, ਹੁਣ ਉਸ ਏਰੀਆ ਦੀ ਆਂਗਨਵਾੜੀ ਦੇ ਵਿੱਚ ਉਹ ਆਪਣੀ ਪੋਸਟ ਲੈ ਸਕਦੀ ਹੈ ਪ੍ਰੈਫਰੈਂਸ ਬੇਸ 'ਤੇ। ਕੰਡੀਸ਼ਨ ਇਹ ਹੈ ਕਿ ਨਾਲ ਉਸਦੀ ਜਿਹੜੀ ਬਣਦੀ ਕੁਆਲੀਫਿਕੇਸ਼ਨ ਹੈਗੀ ਆ ਉਹ ਹੋਵੇ, ਪਲੱਸ 1 ਸਾਲ ਦਾ ਤਜਰਬਾ ਵੀ ਹੋਵੇ। ਯਾਨੀ ਕਿ ਜਿਨ੍ਹਾਂ ਨੇ ਪ੍ਰੈਫਰੈਂਸ ਲੈਣੀ ਹੈ, ਜਿਨ੍ਹਾਂ ਦਾ ਏਰੀਆ ਚੇਂਜ ਹੋ ਗਿਆ, ਉਹ ਪਹਿਲਾਂ ਤੋਂ ਕੰਮ ਕਰ ਰਹੇ ਨੇ, ਉਹਨਾਂ ਲਈ ਹੈ ਇਹ 1 ਸਾਲ ਦਾ ਐਕਸਪੀਰੀਅੰਸ। ਬਾਕੀ ਜਿਨ੍ਹਾਂ ਨੇ ਨਵੇਂ ਹੀ ਹਲੇ ਫਰੈਸ਼ ਅਪਲਾਈ ਕਰਨਾ, ਉਹਨਾਂ ਲਈ ਕੋਈ ਵੀ ਐਕਸਪੀਰੀਅੰਸ ਇੱਥੇ ਨਹੀਂ ਮੰਗਿਆ ਗਿਆ, ਉਹਨਾਂ ਲਈ ਸਿਰਫ ਐਜੂਕੇਸ਼ਨ ਕੁਆਲੀਫਿਕੇਸ਼ਨ ਮੰਗੀ ਗਈ ਹੈ। ਇਹ ਸਭ ਤੋਂ ਵੱਡਾ ਡਾਊਟ ਸੀਗਾ ਕਿ ਹਰ ਕੋਈ ਪੁੱਛ ਰਿਹਾ ਸੀ ਕਿ ਸਭ ਲਈ ਐਜੂਕੇਸ਼ਨ ਕੁਆਲੀਫਿਕੇਸ਼ਨ ਪਲੱਸ ਐਕਸਪੀਰੀਅੰਸ ਚਾਹੀਦਾ। ਨਹੀਂ, ਜਿਨ੍ਹਾਂ ਨੇ ਫਸਟ ਪ੍ਰੈਫਰੈਂਸ ਲੈਣੀ ਹੈ, ਯਾਨੀ ਕਿ ਜਿਨ੍ਹਾਂ ਨੇ ਆਪਣਾ ਐਡਜਸਟਮੈਂਟ ਕਰਾਉਣਾ, ਇੱਕ ਆਂਗਨਵਾੜੀ 'ਚੋਂ ਕੰਮ ਕਰ ਰਹੇ ਸੀ, ਉਹਨਾਂ ਨੇ ਦੂਜੀ ਆਂਗਨਵਾੜੀ 'ਚ ਕੰਮ ਕਰਨਾ ਦੂਸਰੇ ਏਰੀਆ ਦੇ, ਤਾਂ ਉਹਨਾਂ ਨੂੰ ਚਾਹੀਦਾ ਕਿ ਉਹਨਾਂ ਕੋਲ ਇੱਕ ਐਜੂਕੇਸ਼ਨ ਕੁਆਲੀਫਿਕੇਸ਼ਨ ਹੋਵੇ, ਜਿਹੜੀ ਵੀ ਪੋਸਟ ਲਈ ਅਪਲਾਈ ਕਰ ਰਹੇ ਆ, ਪਲੱਸ ਉੱਥੇ 1 ਸਾਲ ਦਾ ਉਹਨਾਂ ਨੂੰ ਤਜਰਬਾ ਉਹਨਾਂ ਕੋਲ ਹੋਵੇ, ਤਦੋਂ ਉੱਥੇ ਉਹਨਾਂ ਨੂੰ ਫਸਟ ਪ੍ਰੈਫਰੈਂਸ ਇਸ ਪੂਰੀ ਮੈਰਿਟ ਲਿਸਟ ਦੇ ਵਿੱਚੋਂ ਮਿਲੇਗੀ। ਜਿਸ ਏਰੀਆ ਦੇ ਵਿੱਚ ਉਹ ਜਾਣਾ ਚਾਹੁੰਦੇ ਨੇ, ਜਿਸ ਏਰੀਆ ਦੇ ਵਿੱਚ ਉਹ ਆਂਗਨਵਾੜੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ, ਉੱਥੋਂ ਦੀ ਉਹਨਾਂ ਕੋਲ ਰਿਹਾਇਸ਼ ਹੋਣੀ ਚਾਹੀਦੀ ਹੈ। ਉਹਨਾਂ ਨੇ ਸਾਫ਼ ਲਿਖਿਆ ਕਿ ਅਜਿਹੇ ਕੇਸਾਂ ਵਿੱਚ ਵੀ ਰਿਹਾਇਸ਼ਾਂ ਦੀ ਸ਼ਰਤ ਵਿੱਚ ਕੋਈ ਵੀ ਢਿੱਲ ਨਹੀਂ ਦਿੱਤੀ ਜਾਵੇਗੀ। ਤਾਂ ਉੱਥੋਂ ਦਾ ਜਿਸ ਏਰੀਆ ਦੇ ਵਿੱਚ ਉਹ ਹੁਣ ਐਡਜਸਟਮੈਂਟ ਕਰਾਉਣਾ ਚਾਹੁੰਦੇ ਨੇ, ਉੱਥੇ ਉਹਨਾਂ ਕੋਲ ਰਿਹਾਇਸ਼ ਹੋਣੀ ਚਾਹੀਦੀ ਆ। ਇਹ ਹੋ ਗਈ ਜੀ ਫਸਟ ਪ੍ਰਾਥਮਿਕਤਾ ਦੀ ਗੱਲ। ਹੁਣ ਆਪਾਂ ਕਰਦੇ ਜੀ ਸੈਕਿੰਡ ਦੀ ਗੱਲ। ਦੂਜੀ ਪ੍ਰਾਥਮਿਕਤਾ ਦੀ ਅਗਰ ਆਪਾਂ ਗੱਲ ਕਰੀਏ, ਆਂਗਨਵਾੜੀ ਵਰਕਰ ਦੀ ਭਰਤੀ ਲਈ ਅਰਜ਼ੀਆਂ ਮੰਗੇ ਜਾਣ ਸਮੇਂ ਧਿਆਨ ਰੱਖਿਓ ਜੀ, ਦੂਜੀ ਪ੍ਰਾਥਮਿਕਤਾ ਜਿਹੜੀ ਹੈ, ਪਹਿਲੀ ਪ੍ਰਾਥਮਿਕਤਾ ਦੋਨਾਂ ਹੀ ਪੋਸਟ ਲਈ ਸੀ, ਆਂਗਨਵਾੜੀ ਵਰਕਰ ਲਈ ਵੀ ਤੇ ਹੈਲਪਰ ਲਈ, ਲੇਕਿਨ ਦੂਜੀ ਪ੍ਰਾਥਮਿਕਤਾ ਸਿਰਫ ਆਂਗਨਵਾੜੀ ਵਰਕਰ ਲਈ ਹੈ। ਆਂਗਨਵਾੜੀ ਵਰਕਰ ਦੀ ਭਰਤੀ ਲਈ ਅਰਜ਼ੀਆਂ ਮੰਗੇ ਜਾਣ ਸਮੇਂ ਸੰਬੰਧਿਤ ਪਿੰਡ, ਵਾਰਡ ਜਾਂ ਸ਼ਹਿਰ ਦੀ ਕਿਸੇ ਵੀ ਆਂਗਨਵਾੜੀ ਸੈਂਟਰ ਵਿੱਚ ਕੰਮ ਕਰਦੀ ਆਂਗਨਵਾੜੀ ਹੈਲਪਰ
यानी कि दूजी प्राथमिकता ਉਹਨਾਂ ਨੂੰ ਮਿਲੇਗੀ ਜੋ ਇਸ ਟਾਈਮ ਆਂਗਣਵਾੜੀ ਹੈਲਪਰ ਦੀ ਤਰ੍ਹਾਂ ਕੰਮ ਕਰ ਰਹੇ ਨੇ, ਲੇਕਿਨ ਹੁਣ ਉਹ ਆਂਗਣਵਾੜੀ ਵਰਕਰ ਜਿਹੜਾ ਉਹਦੇ ਲਈ ਅਪਲਾਈ ਕਰਨਾ ਚਾਹੁੰਦੇ ਨੇ ਕਿ ਇਹ ਦੂਜੀ ਪ੍ਰਾਥਮਿਕਤਾ ਸਿਰਫ ਆਂਗਣਵਾੜੀ ਵਰਕਰ ਦੀ ਭਰਤੀ ਲਈ ਮੰਨੀ ਜਾਏਗੀ। ਕੁਝ ਕੰਡੀਸ਼ਨਸ ਦਿੱਤੀਆਂ ਹੋਈਆਂ ਨੇ ਕਿ ਜਿਹੜੀ ਆਂਗਣਵਾੜੀ ਹੈਲਪਰ ਜੋ ਪਹਿਲਾਂ ਤੋਂ ਕਿਸੇ ਆਂਗਣਵਾੜੀ ਸੈਂਟਰ ਵਿੱਚ ਕੰਮ ਕਰ ਰਹੀ ਸੀ, ਜਿਸ ਦੀ ਵਿਦਿਅਕ ਯੋਗਤਾ ਮੈਟ੍ਰਿਕ प्लस 7 साल का तजर्बा हो, अगर थोड़े को 10th की हुई है तो नाल थोड़े को 7 साल का तजर्बा होना चाहिए, ਜਾਂ फिर थोड़े को विद्यक योग्यता ग्रैजुएशन होवे ते तजर्बा 1 साल का होवे ਅਤੇ ਉਹ ਆਂਗਣਵਾੜੀ ਵਰਕਰ ਦੀ ਭਰਤੀ ਲਈ ਉਮਰ ਸੰਬੰਧੀ ਸ਼ਰਤਾਂ ਨੂੰ ਪੂਰੀਆਂ ਕਰਦੀ ਹੋਵੇ। ਤਾਂ ਤੁਹਾਡੇ ਕੋਲ ਅਗਰ 10th ਕੀਤੀ ਹੋਈ ਹੈ ਤੇ 7 ਸਾਲ ਦਾ ਤਜਰਬਾ ਹੋਣਾ ਚਾਹੀਦਾ, ਗ੍ਰੈਜੂਏਸ਼ਨ ਕੀਤੀ ਹੋਈ ਤਾਂ 1 ਸਾਲ ਦਾ ਤਜਰਬਾ, ਤੇ ਨਾਲ ਹੀ ਵਰਕਰ ਲਈ ਜਿਹੜੀ 18 ਤੋਂ 37 ਸਾਲ ਜਾਂ ਹੋਰ ਜਿੰਨੀਆਂ ਵੀ ਕੈਟੇਗਰੀ ਵਾਈਜ਼ ਜਿਹੜੀ ਏਜ ਦਿੱਤੀ ਹੋਈ ਹੈ ਜੀ, ਉਹ ਏਜ ਦੀਆਂ ਪੂਰੀਆਂ ਸ਼ਰਤਾਂ ਜਿਹੜੀਆਂ ਨੇ ਉਹ ਪੂਰੀ ਹੋਵੇ ਨੂੰ ਦੂਜੀ ਪ੍ਰਾਥਮਿਕਤਾ ਦਿੱਤੀ ਜਾਵੇਗੀ, ਤਦ ਹੀ ਉਹਨੂੰ ਸੈਕੰਡ ਪ੍ਰੈਫਰੈਂਸ ਉੱਥੇ ਮਿਲੇਗੀ। ਤੇ ਨਾਲ ਕੁਝ ਹੋਰ ਕੰਡੀਸ਼ਨਸ ਇਹਨਾਂ ਨੇ ਦਿੱਤੀ ਹੋਈ ਹੈ। ਦੇਖੋ, ਅਜਿਹੀ ਉਮੀਦਵਾਰ ਦੀ ਭਰਤੀ ਲਈ ਉਮਰ ਦੀ ਯੋਗਤਾ ਉਸਦਾ ਬਤੌਰ ਆਂਗਣਵਾੜੀ ਹੈਲਪਰ ਵਜੋਂ ਤਜਰਬਾ ਉਸਦੀ ਉਮਰ ਵਿੱਚੋਂ ਘਟਾ ਕੇ ਦੇਖਿਆ ਜਾਵੇਗਾ। ਹਾਂਜੀ, ਜਦੋਂ ਉਹਦੀ ਉਮਰ ਕਾਊਂਟ ਕੀਤੀ ਜਾਏਗੀ ਜੋ ਹੈਲਪਰ ਦੀ ਤਰ੍ਹਾਂ ਇਸ ਟਾਈਮ ਕੰਮ ਕਰ ਰਹੀ ਸੀ, ਏਜ ਰਿਲੈਕਸੇਸ਼ਨ ਦਿੱਤੀ ਜਾਏਗੀ ਕਿ ਜਿੰਨੇ ਸਾਲ ਉਸਨੇ ਐਜ਼ ਅ ਹੈਲਪਰ ਕੰਮ ਕੀਤਾ ਉਨੇ ਸਾਲ ਉਹਦੀ ਉਮਰ ਵਿੱਚੋਂ ਘਟਾ ਕੇ ਦੇਖੀ ਜਾਏਗੀ। ਤਾਂ ਇੱਥੇ ਇੱਕ ਉਹਨੂੰ ਏਜ ਰਿਲੈਕਸੇਸ਼ਨ ਵੀ ਦਿੱਤੀ ਜਾਏਗੀ। ਜੇਕਰ ਪਹਿਲੀ ਜਾਂ ਦੂਜੀ ਪ੍ਰਾਥਮਿਕਤਾ ਤਹਿਤ ਇੱਕ ਤੋਂ ਵੱਧ ਉਮੀਦਵਾਰਾਂ ਵੱਲੋਂ ਬਿਨੇ ਪੱਤਰ ਦਿੱਤੇ ਜਾਂਦੇ ਹਨ ਤਾਂ ਵਧੇਰੇ ਤਜਰਬਾ ਰੱਖਣ ਵਾਲੇ ਉਮੀਦਵਾਰ ਨੂੰ ਪ੍ਰਾਥਮਿਕਤਾ ਦਿੱਤੀ ਜਾਏਗੀ। ਤਾਂ ਮੰਨ ਲਓ ਇੱਕੋ ਹੀ ਕੈਟੇਗਰੀ ਦੇ ਵਿੱਚ ਜਿਹੜੇ ਪ੍ਰਾਥਮਿਕਤਾ ਲੈਣ ਲਈ 2 ਕੈਂਡੀਡੇਟਸ ਅਪਲਾਈ ਕਰ ਦਿੰਦੇ ਆ, ਤਾਂ ਕਿਸ ਨੂੰ ਉਹ ਫਸਟ ਨੰਬਰ 'ਤੇ ਰੱਖਣਗੇ? ਜਿਹਦੇ ਕੋਲ ਜ਼ਿਆਦਾ ਸਾਲਾਂ ਦਾ ਤਜਰਬਾ ਹੋਏਗਾ ਉਹਨੂੰ ਹੀ ਪਹਿਲਾਂ ਰੱਖਿਆ ਜਾਊਗਾ। ਉਪਰੋਕਤ ਲੜੀ ਨੰਬਰ 2 ਕੇਵਲ ਆਂਗਣਵਾੜੀ ਵਰਕਰ ਦੀ ਭਰਤੀ ਲਈ ਲਾਗੂ ਹੋਵੇਗਾ। ਤਾਂ ਦੂਜੀ ਪ੍ਰਾਥਮਿਕਤਾ ਉਹਨਾਂ ਨੂੰ ਲਈ ਹੀ ਲਾਗੂ ਹੋਵੇਗੀ ਜਿਹੜੀ ਆਂਗਣਵਾੜੀ ਵਰਕਰ ਲਈ ਅਪਲਾਈ ਕਰਨਾ ਚਾਹੁੰਦੇ ਆ ਤੇ ਪਹਿਲਾਂ ਕਿਸੇ ਆਂਗਣਵਾੜੀ ਸੈਂਟਰ ਦੇ ਵਿੱਚ ਐਜ਼ ਅ ਆਂਗਣਵਾੜੀ ਹੈਲਪਰ ਕੰਮ ਕਰ ਰਹੇ ਨੇ। ਆਈ ਹੋਪ ਤੁਹਾਨੂੰ ਪ੍ਰਾਥਮਿਕਤਾ ਦੇ ਜਿਹੜੇ ਪੁਆਇੰਟਸ ਉਹ ਕਲੀਅਰ ਹੋ ਗਏ ਹੋਣਗੇ। ਇਹ ਸੀਗੀ ਜੀ ਪ੍ਰਾਥਮਿਕਤਾ ਦੇ ਰਿਲੇਟਡ ਗੱਲ। ਜਿਹੜੇ ਫਰੈਸ਼ ਅਪਲਾਈ ਕਰ ਰਹੇ ਆ ਉਹਨਾਂ ਲਈ ਐਕਸਪੀਰੀਅੰਸ ਦੀ ਕੋਈ ਲੋੜ ਨਹੀਂ ਹੈਗੀ। ਜੋ ਫਰੈਸ਼ ਅਪਲਾਈ ਕਰ ਰਹੇ ਆ ਉਹਨਾਂ ਦਾ ਨਾ ਹੀ ਕੋਈ ਪੇਪਰ ਹੋਣਾ ਤੇ ਨਾ ਹੀ ਉਹਨਾਂ ਨੂੰ ਕਿਸੇ ਐਕਸਪੀਰੀਅੰਸ ਦੀ ਜ਼ਰੂਰਤ ਆ। ਉਹਨਾਂ ਨੂੰ ਸਿਰਫ ਐਜੂਕੇਸ਼ਨ ਕੁਆਲੀਫਿਕੇਸ਼ਨ ਉਹਨਾਂ ਕੋਲ ਹੋਣੀ ਚਾਹੀਦੀ ਹੈ। ਤੇ ਇਹ ਸੀਗੀ ਜੀ ਪ੍ਰੈਫਰੈਂਸ ਦੇ ਰਿਗਾਰਡਿੰਗ ਗੱਲ। ਆਈ ਹੋਪ ਤੁਹਾਡੇ ਜਿਹੜੇ ਸਾਰੇ ਡਾਊਟਸ ਆ ਕਲੀਅਰ ਹੋ ਗਏ ਹੋਣਗੇ। ਜੇ ਫਿਰ ਵੀ ਤੁਹਾਡਾ ਕੋਈ ਡਾਊਟ ਰਹਿ ਗਿਆ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ। ਆਪਾਂ ਤੁਹਾਡੇ ਸਾਰੇ ਡਾਊਟਸ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਹੁਣ ਗੱਲ ਰਹਿ ਜਾਂਦੀ ਮਿੰਨੀ ਆਂਗਣਵਾੜੀ ਵਰਕਰਸ ਦੀ ਜਿਹੜੀ ਪੋਸਟਾਂ ਉਹ ਵੀ ਆਊਟ ਹੋਈਆਂ ਨੇ। ਹਾਂਜੀ, ਆਪਾਂ ਨੂੰ ਪਤਾ ਹੈ 82 ਆਂਗਣਵਾੜੀ ਵਰਕਰਾਂ ਦੀਆਂ 82 ਜਿਹੜੀਆਂ ਪੋਸਟਾਂ ਆਊਟ ਹੋਈਆਂ ਨੇ। ਦੇਖੋ, ਇਹਦੇ ਵਿੱਚ ਬਹੁਤ ਸਾਰੇ ਕਮੈਂਟਸ ਆ ਰਹੇ ਸੀ ਇਹ ਮਿੰਨੀ ਵਰਕਰ ਨਹੀਂ ਹੈ। ਕਈ ਮੈਨੂੰ ਪੁੱਛ ਰਹੇ ਸੀ ਕਿ ਮਿੰਨੀ ਵਰਕਰ ਹੈ, ਉਸ ਤੋਂ ਘੱਟ ਰੈਂਕ ਦਾ ਕੋਈ ਹੈ ਤਾਂ ਨਹੀਂ। ਇੱਦਾਂ ਨਹੀਂ ਹੈ। ਗੱਲ ਇਹ ਹੈ ਕਿ ਕਈ ਜਗ੍ਹਾ 'ਤੇ ਕਈ ਜਗ੍ਹਾ 'ਤੇ ਆਂਗਣਵਾੜੀਆਂ ਓਪਨ ਹੋਈਆਂ ਨੇ ਤੇ ਕਈ ਜਗ੍ਹਾ 'ਤੇ ਮਿੰਨੀ ਆਂਗਣਵਾੜੀ ਵੀ ਓਪਨ ਹੋਈਆਂ ਨੇ। ਅਤੇ ਇਹ ਮਿੰਨੀ ਆਂਗਣਵਾੜੀ ਦੇ ਵਿੱਚ ਵਰਕਰ ਦੀ ਪੋਸਟ ਹੈ। ਤਾਂ ਜੋ ਆਂਗਣਵਾੜੀ 'ਚ ਵਰਕਰ ਹੈ ਉਸੇ ਤਰ੍ਹਾਂ ਮਿੰਨੀ ਆਂਗਣਵਾੜੀ ਦੇ ਵਿੱਚ ਵਰਕਰ ਹੈ। ਤਾਂ ਇਸ ਕਰਕੇ ਇਹਨਾਂ ਦੇ ਲਈ ਲੱਗਣ ਵਾਲਾ ਜਿਹੜਾ ਫਾਰਮ ਹੈ, ਇਹਨਾਂ ਦੇ ਲੱਗਣ ਲਈ ਜਿਹੜਾ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ ਉਹ ਵਰਕਰ ਵਾਲੀ ਹੀ ਰਹੇਗੀ। ਤਾਂ ਸਾਰਾ ਕੁਛ ਇਹਦਾ ਵਰਕਰ ਵਾਲਾ ਹੀ ਰਹੇਗਾ। ਮਿੰਨੀ ਆਂਗਣਵਾੜੀ ਦੇ ਵਿੱਚ ਵੀ ਪਰਫੋਰਮਾ ਵੀ ਤੁਸੀਂ ਵਰਕਰ ਵਾਲਾ ਹੀ ਸੈਂਡ ਕਰਨਾ, ਤੁਹਾਡੀ ਕੁਆਲੀਫਿਕੇਸ਼ਨ ਵੀ ਵਰਕਰ ਵਾਲੀ ਹੀ ਹੋਣੀ ਚਾਹੀਦੀ ਆ। ਤਾਂ ਉਹਦੇ ਰਿਗਾਰਡਿੰਗ ਕੁਐਸਚਨ ਸੀਗੇ ਕਿ ਅਸੀਂ ਕਿਹੜਾ ਫਾਰਮ ਸੈਂਡ ਕਰੀਏ, ਕਿੰਨੀ ਕੁਆਲੀਫਿਕੇਸ਼ਨ ਚਾਹੀਦੀ ਆ, ਤਾਂ ਉਹ ਸਾਰਾ ਵਰਕਰ ਵਾਲਾ ਹੀ ਚਾਹੀਦਾ ਹੈ। ਤੇ ਇਹ ਆਈ ਹੋਪ ਤੁਹਾਨੂੰ ਜਿਹੜੇ ਡਾਊਟਸ ਆ ਵੀ ਕਲੀਅਰ ਹੋ ਗਿਆ ਹੋਏਗਾ। ਪ੍ਰਾਥਮਿਕਤਾ ਨੂੰ ਲੈ ਕੇ ਜਿਹੜੀ ਕੁਆਲੀਫਿਕੇਸ਼ਨ ਐਜੂਕੇਸ਼ਨ ਕੁਆਲੀਫਿਕੇਸ਼ਨ ਨੂੰ ਲੈ ਕੇ ਜਿਹੜਾ ਡਾਊਟ ਆ ਰਿਹਾ ਸੀਗਾ ਪ੍ਰੈਫਰੈਂਸ ਦੇ ਕਾਰਨ, ਆਈ ਹੋਪ ਤੁਹਾਡਾ ਉਹ ਵੀ ਜਿਹੜਾ ਡਾਊਟ ਹੈ ਕਲੀਅਰ ਹੋ ਗਿਆ ਹੋਏਗਾ ਕਿ ਜਿਨ੍ਹਾਂ ਨੇ ਪ੍ਰੈਫਰੈਂਸ ਲੈਣੀ ਆ ਉਹਨਾਂ ਲਈ ਜਿਹੜਾ ਐਕਸਪੀਰੀਅੰਸ ਆ ਜਿਹੜੀ ਇੱਥੇ ਸ਼ਰਤ ਰੱਖੀ ਗਈ ਆ, ਕਿੰਨਾਂ ਨੂੰ ਪ੍ਰੈਫਰੈਂਸ ਮਿਲੇਗੀ ਉਹ ਵੀ ਆਪਾਂ ਕਲੀਅਰ ਕਰ ਦਿੱਤਾ। ਲੇਕਿਨ ਜੋ ਫਰੈਸ਼ ਅਪਲਾਈ ਕਰ ਰਹੇ ਨੇ ਉਹਨਾਂ ਲਈ ਐਕਸਪੀਰੀਅੰਸ ਨਹੀਂ ਚਾਹੀਦਾ, ਉਹਨਾਂ ਲਈ ਸਿਰਫ ਐਜੂਕੇਸ਼ਨ ਕੁਆਲੀਫਿਕੇਸ਼ਨ ਹੀ ਚਾਹੀਦੀ ਹੈ। ਤੇ ਮੈਂ ਤੁਹਾਨੂੰ ਇੱਕ ਇਨਫੋਰਮੇਸ਼ਨ ਇਹਦੇ ਵਿੱਚ ਹੋਰ ਦੇ ਦੇਵਾਂ ਜੀ, ਜਿਹੜੀ ਤੁਸੀਂ ਦੇਖ ਸਕਦੇ ਹੋ ਜਿਹੜੀ ਪੋਸਟਾਂ ਆਊਟ ਹੋਈਆਂ ਨੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਪੋਸਟਾਂ ਜਿਹੜੀਆਂ ਨੇ ਹੈਲਪਰ ਦੀ ਆਊਟ ਹੋਈਆਂ ਨੇ। ਅਗਰ ਤੁਸੀਂ ਦੇਖ ਸਕਦੇ ਹੋ ਹੈਲਪਰ ਦੀਆਂ ਪੋਸਟ ਥੋੜ੍ਹੀਆਂ ਜ਼ਿਆਦਾ ਆਊਟ ਹੋਈਆਂ ਨੇ ਤੇ ਵਰਕਰਸ ਦੀ ਜਿਹੜੀ ਪੋਸਟਾਂ ਥੋੜ੍ਹੀਆਂ ਘੱਟ ਆਊਟ ਹੋਈਆਂ ਨੇ। ਲੇਕਿਨ ਮੈਂ ਤੁਹਾਨੂੰ ਦੱਸ ਦੇਵਾਂ ਆਉਣ ਵਾਲੇ ਟਾਈਮ ਦੇ ਵਿੱਚ ਜਲਦੀ ਹੀ ਜਿਹੜੀਆਂ ਵਰਕਰਸ ਦੀਆਂ ਪੋਸਟ ਨੇਗੀਆਂ ਉਹ ਹੋਰ ਵੀ ਜਿਹੜੀਆਂ ਪੋਸਟਾਂ ਉਹ ਆਉਣਗੀਆਂ ਪੰਜਾਬ ਦੇ ਵਿੱਚ। ਹਾਂਜੀ, ਵਰਕਰਸ ਦੀਆਂ ਪੋਸਟ ਜਿਹੜੀਆਂ ਉਹ ਜਲਦੀ ਹੀ ਹੋਰ ਵੀ ਆਉਣਗੀਆਂ ਆਂਗਣਵਾੜੀ ਦੇ ਅੰਦਰ। ਤੇ ਫਿਲਹਾਲ ਜਿਹੜੀ ਪੋਸਟ ਆਊਟ ਹੋਈ ਹੈ ਜੀ ਉਹ ਹੋਈ ਹੈ ਜੀ 4481 ਪੋਸਟਾਂ ਦੀ, ਦੇ ਵਿੱਚ 3229 ਆਂਗਣਵਾੜੀ ਹੈਲਪਰ ਦੀਆਂ ਪੋਸਟ ਆਊਟ ਹੋਈਆਂ ਨੇ, 1170 ਆਂਗਣਵਾੜੀ ਵਰਕਰਾਂ ਦੀਆਂ ਤੇ 82 ਮਿੰਨੀ ਆਂਗਣਵਾੜੀ ਵਰਕਰਾਂ ਦੀ ਪੋਸਟਾਂ ਆਊਟ ਹੋਈਆਂ ਨੇ। ਆਉਣ ਵਾਲੇ ਟਾਈਮ ਦੇ ਵਿੱਚ ਵਰਕਰ ਦੀਆਂ ਪੋਸਟਾਂ ਹੋਰ ਵੀ ਆਊਟ ਹੋਣ ਵਾਲੀਆਂ ਨੇ। ਇਹ ਸੀਗੀ ਜੀ ਇਨਫੋਰਮੇਸ਼ਨ। ਆਈ ਹੋਪ ਇਨਫੋਰਮੇਸ਼ਨ ਤੁਹਾਡੇ ਲਈ ਯੂਜ਼ਫੁਲ ਰਹੀ ਹੋਏਗੀ ਤੇ ਸਾਰੇ ਡਾਊਟਸ ਕਲੀਅਰ ਹੋਏ ਹੋਣਗੇ। ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਹਰ ਇੱਕ ਇਨਫੋਰਮੇਸ਼ਨ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਪਾਉਣ ਲਈ ਤੁਸੀਂ ਫੇਸਬੁੱਕ ਔਰ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ। ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚੋਂ ਮਿਲ ਜਾਏਗਾ। ਥੈਂਕ ਯੂ।